ਸੋ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ। ਕੱਲ ਟਰੈਕਟਰ ਮਾਰਚ ਕੱਢਿਆ ਜਾਣਾ। ਮੈਂ ਗੱਲਬਾਤ ਕਰ ਲੈਂਦੇ ਹਾਂ ਬਲਵੰਤ ਜੀ ਨਾਲ। ਬਲਵੰਤ ਜੀ, ਪ੍ਰੈਸ ਕਾਨਫਰੰਸ ਸਭ ਕੁਝ ਅਨਾਉਂਸ ਕਰ ਦਿੱਤਾ ਵਾ, ਫਿਰ ਵੀ ਇੱਕ ਵਾਰੀ ਦੱਸ ਦਿਓ ਕਿ ਕੀ ਰੂਟ ਪਲਾਨ ਹੋਊਗਾ, ਕਿਸ ਤਰ੍ਹਾਂ ਦਾ ਏਜੰਡਾ ਰਹੂਗਾ ਕੱਲ ਦੀ ਟਰੈਕਟਰ ਮਾਰਚ ਦਾ। ਦੇਖੋ, ਕੱਲ ਨੂੰ ਜੋ ਅਸੀਂ ਟਰੈਕਟਰ ਮਾਰਚ ਕੱਢ ਰਹੇ ਹੈਗੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਅੱਜ ਅਸੀਂ ਇੱਕ ਮੀਟਿੰਗ ਹੋਰ ਕੀਤੀ ਆ, ਜਿੰਦੇ ਵਿੱਚ ਅਸੀਂ ਵਲੰਟੀਅਰ ਤੈਅ ਕੀਤੇ ਹੈਗੇ ਨੇ, ਆਪਣੀ ਪੂਰੀ ਰੂਪਰੇਖਾ ਤਿਆਰ ਕੀਤੀ ਹੈਗੀ ਏ ਔਰ ਵੱਡੀ ਪੱਧਰ ਦੇ ਉੱਪਰ ਸਵੇਰੇ ਅਸੀਂ 11 ਵਜੇ ਰਸੋਈ ਢਾਬੇ ਤੇ ਇਕੱਤਰ ਹੋਵਾਂਗੇ। 32 ਜਥੇਬੰਦੀਆਂ ਦੇ ਆਗੂ ਅੱਗੇ ਲੱਗਣਗੇ। ਉਸ ਤੋਂ ਪਿੱਛੇ ਸਾਰੇ ਨੌਜਵਾਨ ਟਰੈਕਟਰਾਂ ਦੇ ਜਿੰਨੇ ਵੀ ਹੈਗੇ ਨੇ, ਚਾਹੇ ਬਜ਼ੁਰਗ ਨੇ ਚਾਹੇ ਨੌਜਵਾਨ ਵੀਰ ਨੇ, ਉਹ ਟਰੈਕਟਰ ਪਿੱਛੇ ਲੈ ਕੇ ਆਉਣਗੇ। 11 ਵਜੇ ਅਸੀਂ ਕੈਂਪੀ ਰੋਡ ਤੋਂ ਤੁਰਾਂਗੇ ਠੀਕਰੀ ਵੱਲ ਨੂੰ, ਔਰ ਠੀਕਰੀ ਤੋਂ ਸਾਡੇ ਜਿਹੜੇ ਕਿਸਾਨ ਨੇ ਉਹ ਟਰੈਕਟਰ ਲੈ ਕੇ ਤੁਰਨਗੇ ਇੱਧਰ ਸਿੰਘੂ ਵਾਲੇ ਬਾਰਡਰ ਵਾਲੇ ਪਾਸੇ ਨੂੰ। ਜਿੱਥੇ ਸਾਡੀ ਕ੍ਰੋਸਿੰਗ ਹੋਵੇਗੀ ਉੱਥੇ ਅਸੀਂ 4-5 ਘੰਟੇ ਦੇ ਜਿਹੜਾ ਸ਼ਾਮ ਤੱਕ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜਾ ਟਰੈਕਟਰ ਰੋਸ ਮਾਰਚ ਅਸੀਂ ਕੱਢਣਾ ਹੈਗਾ, ਉਸ ਤਰੀਕੇ ਨਾਲ ਉਹ ਨਿਬੇੜਿਆ ਜਾਵੇਗਾ। ਕੱਢਣ ਦਾ ਇੱਕ ਵਾਰੀ ਕਾਰਨ ਦੱਸ ਦਿਓ ਕੀ ਕੱਢੇ ਜਾਣਾ। 26 ਤਰੀਕ ਦੀ ਰਿਹਰਸਲ ਕੀਤੀ ਜਾਣੀ ਹੈ, ਜਿਵੇਂ ਅਨਾਉਂਸ ਕੀਤਾ ਗਿਆ ਕਿ 26 ਤਰੀਕ ਦੀ ਰਿਹਰਸਲ ਕੀਤੀ ਜਾਵੇਗੀ। ਬਿਲਕੁਲ ਰਿਹਰਸਲ ਜੀ, ਜਿਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਸਕੂਲਾਂ ਵਿੱਚ, ਕਾਲਜਾਂ ਵਿੱਚ ਜਾਂ ਲਾਲ ਕਿਲੇ ਦੇ ਵਿੱਚ, ਇਸੇ ਤਰ੍ਹਾਂ ਅਸੀਂ ਵੀ ਆਪਣੀ ਰਿਹਰਸਲ ਕਰ ਰਹੇ ਹੈਗੇ ਆ ਕਿ ਆਉਣ ਵਾਲੀ 26 ਜਨਵਰੀ ਨੂੰ ਕਿਸਾਨਾਂ ਦੇ ਟਰੈਕਟਰ ਜਿਹੜੇ ਹੋਣਗੇ ਉਹ ਵੱਡੀ ਗਿਣਤੀ ਵਿੱਚ ਹੋਰ ਵੀ ਪੂਰੇ ਦੇਸ਼ ਵਿੱਚੋਂ ਮੰਗਵਾ ਕੇ ਅਸੀਂ ਇਹ 26 ਜਨਵਰੀ ਦੇ ਜਿਹੜੇ ਤਿਰੰਗੇ ਝੰਡੇ, ਜਿਸ ਤਰ੍ਹਾਂ ਮੇਰੇ ਸਾਥੀ ਅਜਨਾਲਾ ਸਾਹਿਬ ਦੱਸ ਕੇ ਗਏ ਨੇ, ਉਹ ਲਾ ਕੇ ਆਪਣੇ ਫਲੈਗ ਵੀ ਲੱਗਣਗੇ ਜਥੇਬੰਦੀਆਂ ਦੇ, ਉਹ ਤਿਰੰਗੇ ਝੰਡੇ ਲਾ ਕੇ ਵੀ ਅਸੀਂ ਇਹ ਜਿਹੜੀ ਰੂਪਰੇਖਾ ਬੜੀ ਵੱਡੀ ਪੱਧਰ ਤੇ ਕੱਢਾਂਗੇ। ਕਿਸਾਨੀ ਝੰਡਾ ਹੋਵੇਗਾ ਤੇ ਤਿਰੰਗਾ ਝੰਡਾ ਹੋਵੇਗਾ 26 ਤਰੀਕ ਨੂੰ। ਕੱਲ ਵੀ ਇਸੇ ਤਰ੍ਹਾਂ ਦੇ ਹੋਣਗੇ ਕਿ ਤਿਰੰਗਾ ਝੰਡਾ ਤੇ ਕਿਸਾਨੀ ਝੰਡਾ ਹੋਵੇਗਾ। ਕੱਲ ਕੇਵਲ ਤੇ ਕੇਵਲ ਕਿਸਾਨੀ ਦਾ ਝੰਡਾ ਜਿਹੜਾ ਆਪੋ ਆਪਣੀ ਜਥੇਬੰਦੀਆਂ ਦੇ ਝੰਡੇ ਹੋਣਗੇ, ਉਹ ਟਰੈਕਟਰਾਂ ਉੱਪਰ ਲਾ ਕਰਕੇ ਅਸੀਂ ਜਿਹੜਾ ਉਹ ਰੋਸ ਮਾਰਚ ਟਰੈਕਟਰ ਤੇ ਕੱਢਾਂਗੇ। ਬਲਵੰਤ ਜੀ, ਗੱਲ ਹੋਰ ਕਲੀਅਰ ਕਰ ਦਿਓ ਕਿ ਜਿਹੜੇ ਇੱਥੇ ਟਰੈਕਟਰ ਪਹੁੰਚੇ ਨੇ ਉਹ ਇਸ ਮਾਰਚ 'ਚ ਸ਼ਾਮਲ ਹੋਣਗੇ ਕਿ ਪੰਜਾਬ ਦੇ ਵਿੱਚ ਹੋਰ ਟਰੈਕਟਰ ਜਾਂ ਹਰਿਆਣਾ 'ਚ ਹੋਰ ਹਰਿਆਣੇ ਵਿੱਚੋਂ, ਪੰਜਾਬ ਵਿੱਚੋਂ ਮੰਗਵਾਏ ਹੋਏ ਨੇ। ਇੱਥੋਂ ਟਰੈਕਟਰ ਅਸੀਂ ਜਿਹੜੇ ਸਾਡੇ ਲੱਗੇ ਹੋਏ ਨੇ, ਇਹ ਅਸੀਂ ਟਰੈਕਟਰ ਨਹੀਂ ਕੱਢਾਂਗੇ। ਅਸੀਂ ਹੋਰ ਪੰਜਾਬ ਦੇ ਵਿੱਚੋਂ ਤੇ ਹਰਿਆਣੇ ਵਿੱਚੋਂ ਟਰੈਕਟਰ ਮੰਗਵਾ ਕੇ ਬਹੁਤ ਵੱਡਾ ਰੋਸ ਮਾਰਚ ਅਸੀਂ KMP ਰੋਡ ਤੇ ਕੱਲ ਨੂੰ ਕੱਢ ਰਹੇ ਹਾਂ। ਸੋ ਲੱਗਦਾ ਕਿ ਸਰਕਾਰ ਚੁੱਕੇਗੀ। ਮੇਰਾ ਇੱਕ ਲਾਸਟ ਪੁਆਇੰਟ ਇਸ ਤੋਂ ਤੁਹਾਡੇ ਨਾਲ ਗੱਲ ਕਰਾਂਗਾ ਜੀ। ਲੱਗਦਾ ਸਰਕਾਰ ਚੁੱਕੇਗੀ 26 ਤਰੀਕ ਨੂੰ। ਇੰਗਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦਾ ਕੈਂਸਲ ਹੋ ਗਿਆ ਪ੍ਰੋਗਰਾਮ ਆਉਣ ਦਾ। ਸਰਕਾਰ ਦੀ ਪਿਛਲੀ ਮੀਟਿੰਗ ਹੋਈ ਸੀ, ਉਹਦੇ 'ਚ ਮਸਲੇ ਹੱਲ ਨਹੀਂ ਹੋਏ। ਰਵੱਈਆ ਉਸ ਤਰ੍ਹਾਂ ਨਜ਼ਰ ਨਹੀਂ ਆਇਆ ਜੋ ਪਿਛਲੀ 30 ਤਰੀਕ ਦੀ ਮੀਟਿੰਗ 'ਚ ਰਵੱਈਆ ਆਇਆ ਸੀਗਾ। 8 ਤਰੀਕ ਨੂੰ ਦੁਬਾਰਾ ਫਿਰ ਮੀਟਿੰਗ ਆ। ਲੱਗਦਾ ਕਿ ਸਰਕਾਰ ਚੁੱਕੇਗੀ ਇਸ ਵਾਰ। ਦੇਖੋ ਜੀ, ਸਰਕਾਰ ਝੁਕਣ ਨਾ ਝੁਕਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ। ਸਰਕਾਰ ਨੂੰ ਝੁਕਣਾ ਹੀ ਪਏਗਾ। ਅਸੀਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਕੇ ਦੇਖੋ, ਜਿਨ੍ਹਾਂ ਨੇ ਆਪਣੇ ਸਿਰ ਤੇ ਅਨਾਜ ਚੁੱਕ ਕੇ ਗਰੀਬਾਂ ਦੇ ਘਰ ਵਿੱਚ ਛੱਡਿਆ। ਅੱਜ ਅੰਨਦਾਤਾ ਇਹਨਾਂ ਇੰਨੀ ਬਾਰਿਸ਼ ਵਿੱਚ, ਇੰਨੀ ਠੰਡ ਵਿੱਚ ਇਹਨਾਂ ਸੜਕਾਂ ਤੇ ਬੈਠਾ ਹੋਇਆ। ਸਾਡੀਆਂ ਬਜ਼ੁਰਗ ਮਾਤਾਵਾਂ, ਸਾਡੇ ਬੱਚੇ ਇੱਥੇ ਬੈਠੇ ਹੋਏ ਨੇ। ਇਹਨੂੰ ਬਿਲਕੁਲ ਕੋਈ ਵੀ ਤਰਸ ਨਹੀਂ ਆ ਰਿਹਾ। ਇਹਨਾਂ ਦਾ ਪਾਪ ਇੱਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਬਹਿ ਗਿਆ। ਬਲਵੰਤ ਜੀ, ਹਰੇਕ ਵਾਰੀ ਮੀਟਿੰਗ ਜਾਂਦੇ ਹੋ ਇਹੀ ਕਿਆਸ ਲਗਾਏ ਜਾਂਦੇ ਕਿ ਮਸਲਾ ਸ਼ਾਇਦ ਇਸ ਵਾਰ ਹੱਲ ਹੋ ਜਾਏਗਾ। ਸਰਕਾਰ ਕਿਸ ਚੀਜ਼ ਦਾ ਇੰਤਜ਼ਾਰ ਕਰਦੀ ਹੈ? 70 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ, ਜਿਨ੍ਹਾਂ ਨੂੰ ਸ਼ਹੀਦ ਕਹਿ ਰਹੇ ਆਪਾਂ। 70 ਤੋਂ ਵੱਧ ਸ਼ਹੀਦੀਆਂ ਹੋ ਚੁੱਕੀਆਂ ਨੇ, ਪਰ ਸਰਕਾਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ? ਮਸਲਾ ਕਿਉਂ ਨਹੀਂ ਹੱਲ ਕਰ ਰਹੀ? ਦੇਖੋ, ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਨੇ 9 ਮਹੀਨੇ ਅੰਦੋਲਨ ਲੜਿਆ ਸੀਗਾ। ਪਗੜੀ ਸੰਭਾਲ ਜੱਟਾ। ਬਿਲਕੁਲ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ। ਲੁੱਟਿਆ ਗਿਆ ਮਾਰ ਤੇਰਾ, ਲੁੱਟਿਆ ਗਿਆ ਮਾਲ। ਉਹ ਜਿਹੜਾ ਇਲੈਕਸ਼ਨ ਲੜਿਆ ਸੀਗਾ, ਜਿਹੜਾ ਅੰਦੋਲਨ ਲੜਿਆ ਸੀ, ਉਹਦੇ ਤੇ 9 ਮਹੀਨਿਆਂ ਬਾਅਦ ਜਿੱਤ ਪ੍ਰਾਪਤ ਕੀਤੀ ਸੀ। ਸਾਡੇ ਵੀ ਅੰਦੋਲਨ ਨੂੰ 6 ਮਹੀਨੇ ਤੋਂ ਉੱਪਰ ਹੋ ਗਏ ਨੇ। ਬਾਕੀ ਜਿਹੜੇ ਦਿਨ ਰਹਿ ਗਏ ਨੇ, ਅਸੀਂ ਵੀ ਜਿੱਤ ਪ੍ਰਾਪਤ ਕਰਕੇ ਹੀ ਇੱਥੋਂ ਮੁੜਾਂਗੇ। ਇਸ ਤਰ੍ਹਾਂ ਨਹੀਂ ਮੁੜਦੇ। ਜਿੱਤ ਹਾਸਲ ਕਰਕੇ ਮੁੜਾਂਗੇ ਬਾਰ-ਬਾਰ ਕਿਹਾ ਜਾਂਦਾ, ਪਰ ਫਿਰ ਵੀ ਉਹੀ ਸਵਾਲ ਆ ਜਾਂਦਾ, ਜਿੱਤ ਸਰਕਾਰ ਇੰਤਜ਼ਾਰ ਕਿਸ ਚੀਜ਼ ਦਾ ਕਰਦੀ ਵੀ ਆ? 70 ਤੋਂ ਵੱਧ ਕਿਸਾਨਾਂ ਦੀ ਮੌਤਾਂ, ਨੌਜਵਾਨ, ਬਜ਼ੁਰਗ ਕਿਸਾਨ ਸੁਸਾਈਡ ਕਰ ਰਹੇ ਨੇ ਇਸ ਅੰਦੋਲਨ ਦੇ ਵਿੱਚ। ਨਹੀਂ, ਵੇਖੋ, ਇਹ ਸਰਕਾਰ ਸਾਡਾ ਇਹ ਕਰ ਰਹੀ ਆ ਵੀ ਇਹਨਾਂ ਨੂੰ ਪਹਿਲਾਂ ਉਹਨਾਂ ਨੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ, ਜਾਤ ਪਾਤ ਦਾ ਮਸਲਾ ਖੜਾ ਕੀਤਾ, ਕੋਸ਼ਿਸ਼ ਕੀਤੀ ਵੀ ਇਹ ਪਾਕਿਸਤਾਨ ਦੇ ਏਜੰਟ ਆ, ਕੋਸ਼ਿਸ਼ ਕੀਤੀ ਇਹ ਚੀਨ ਇਹਨਾਂ ਨੂੰ ਕਰ ਰਿਹਾ ਵਾ, ਫਿਰ ਉਹਨਾਂ ਨੇ ਕਿਹਾ ਅੱਤਵਾਦੀ ਆ, ਫਿਰ ਕਦੀ ਉਹਨਾਂ ਖਾਲਿਸਤਾਨੀ ਕਿਹਾ, ਫਿਰ ਉਹਨਾਂ ਕਈ ਕੁਛ ਕਿਹਾ। ਉਹਦੇ 'ਚ ਉਹ ਕਾਮਯਾਬ ਨਹੀਂ ਹੋਏ। ਜਦੋਂ ਕਾਮਯਾਬ ਨਹੀਂ ਹੋਏ, ਹੁਣ ਉਹਨਾਂ ਨੇ ਫੁੱਟ ਪਾਉਣ ਦਾ ਵੀ ਕੀਤਾ। ਸਾਡੇ ਵਿੱਚ BJP ਸ਼ਰੇਆਮ ਇੱਥੇ ਬੰਦੇ ਕੱਢ ਕੇ ਕਈ ਕਿਸਮ ਦੇ ਕਰਦੀ, ਉਹਦੇ 'ਚ ਕਾਮਯਾਬ ਨਹੀਂ ਹੋਏ। ਹੁਣ ਉਹਨਾਂ ਨੇ ਇੱਕ ਨਵਾਂ ਰਸਤਾ ਅਖਤਿਆਰ ਕੀਤਾ ਵਾ ਵੀ ਅਸੀਂ ਇਹਨੂੰ ਲੰਮਾ ਕਰ ਦਈਏ, ਲਿੰਗਰ ਔਨ ਕਰ ਦਈਏ। ਸ਼ਾਇਦ ਇਹ ਥੱਕ ਜਾਣਗੇ, ਅੱਕ ਜਾਣਗੇ, ਬਾਰਿਸ਼ ਆ, ਸਰਦੀ ਆ। ਸਾਡਾ ਜਿਹੜਾ ਕਿਸਾਨ ਆ ਜਾਂ ਕਿਸਾਨ ਦੇ ਨਾਲ ਕਿਸਾਨ ਔਰਤਾਂ ਨੇ, ਖੇਤ ਮਜ਼ਦੂਰ ਵੀ ਅਸੀਂ ਕਿਸਾਨ ਡਿਕਲੇਅਰ ਕਰਾਇਆ। ਇਹ ਸਾਰਾ ਵਰਗ ਜਿਹੜਾ ਵਾ ਇਹ ਤਾਂ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਪਾਣੀ ਲਾਉਂਦਾ, ਨਹਿਰ ਦਾ ਪਾਣੀ ਲਾਉਂਦਾ, ਖੇਤਾਂ 'ਚ ਪਾਣੀ ਲਾਉਂਦਾ, ਬਾਰਿਸ਼ਾਂ ਆਪਣੇ ਉੱਤੇ ਹੰਡਾਉਂਦਾ। ਨਾਲੇ ਅੱਜ ਦੀਆਂ ਜਿਹੜੀਆਂ ਬਾਰਿਸ਼ਾਂ ਸਾਡੇ ਵਾਸਤੇ ਅੰਮ੍ਰਿਤ ਦੀ ਬੂੰਦ ਆ। ਇੱਕ ਇੱਕ ਜਿਹੜੀ ਬੂੰਦ ਆ ਉਹ ਸਾਡੇ ਗੇਹੂੰ ਨੂੰ, ਸਾਡੀ ਕਣਕ ਵਾਸਤੇ ਬਹੁਤ ਚੰਗੀ ਆ। ਸੋ ਅਸੀਂ ਇਹਦੇ ਉੱਤੇ ਬੜੇ ਦ੍ਰਿੜ ਆ। ਹਰ ਇੱਕ
ਅਸੀਂ ਨਹੀਂ, ਸਾਡੇ ਪਰਿਵਾਰ ਕਹਿੰਦੇ ਆ। ਮੈਂ ਆਪਣੇ ਪਰਿਵਾਰ ਦੇ ਵਿੱਚ ਆਇਆ, ਬੇਟੀ ਆ, ਸਾਡੇ ਬੇਟੇ ਆ, ਭਈ ਜਾਂ ਸਾਡੀਆਂ ਜਿੱਤ ਕੇ ਆਵਾਂਗੇ ਜਾਂ ਸਾਡੀਆਂ ਲਾਸ਼ਾਂ ਆਉਣਗੀਆਂ ਜਾਂ ਫਿਰ ਫੱਟੜ ਹੋਵਾਂਗੇ, ਸਾਡੀਆਂ ਕੋਲ ਲੱਤਾਂ ਕੱਟੀਆਂ ਹੋਣਗੀਆਂ। ਇਹਦੇ ਤੋਂ ਬਗੈਰ ਅਸੀਂ ਨਹੀਂ ਮੁੜਦੇ, ਅਸੀਂ ਬਣਾ ਕੇ ਹੀ ਤੁਰਾਂਗੇ। ਸੋ ਕੱਲ ਦਾ ਜਿਹੜੇ ਤਿਆਰੀ ਪੂਰੀ ਹੋ ਚੁੱਕੀ ਹੈ ਟਰੈਕਟਰ ਮਾਰਚ ਨੂੰ ਲੈ ਕੇ। ਕੱਲ ਦੀ ਪੂਰੀ ਇਹ ਤੁਸੀਂ ਵੇਖੋਗੇ, ਮੈਂ ਪਹਿਲਾਂ ਵੀ ਦੱਸਿਆ, ਨਵੀਂ ਕਿਸਮ ਦੀ ਪਰੇਡ, ਨਵੀਂ ਕਿਸਮ ਦੀ ਪਰੇਡ। ਵੀ ਟਰੈਕਟਰ ਜਿਹੜੇ ਆ ਐ ਜਾ ਰਹੇ ਆ ਪਰੇਡ ਕਰਦੇ, ਉੱਤੇ 2-2 4-4 ਸਾਥੀ ਹੋਣਗੇ, ਵਿੱਚ ਕਿਤੇ ਔਰਤਾਂ ਵੀ ਹੋਣਗੇ, ਨੌਜਵਾਨ ਜਾਣਗੇ, ਉਧਰੋਂ ਆਉਣਗੇ, ਐ ਫਲੈਗ ਜਾਣਗੇ ਆਪਣੇ ਜਿਹੜੇ ਕਿਸਾਨਾਂ ਦੇ ਆ, ਉਹ ਐ ਸਾਂਝੇ ਕਰਕੇ ਉਹ ਠੰਡੀਆਂ ਹਵਾਵਾਂ ਨੂੰ ਚੀਰਦੇ ਹੋਏ ਝੰਡਾ ਲਹਿਰਾਉਂਦਾ ਹੋਇਆ ਜਾਵੇਗਾ ਜਾਵੇਗਾ ਜੀ। ਬੜਾ ਵੇਖੋ, ਢੋਲ ਵੱਜਦੇ ਜਾਣਗੇ, ਲੋਕੀ ਜਾਣਗੇ। 26 ਜਨਵਰੀ ਨੂੰ ਇਹ ਖਾਸ ਦੇਖਣ ਨੂੰ ਮਿਲੇਗਾ ਕਿ ਦਿੱਲੀ ਦੇ ਵਿੱਚ ਜਹਾਜ਼ ਜਿਹੜੇ ਆ ਉਹ ਤਿਰੰਗੇ ਨੂੰ ਸਲਾਮੀ ਦੇਣਗੇ, ਨੀਚੇ ਟਰੈਕਟਰ ਜਿਹੜੇ ਆ ਹਵਾਵਾਂ ਨੂੰ ਚੀਰਨਗੇ। ਤੁਸੀਂ ਵੇਖੋਗੇ 26 ਜਨਵਰੀ ਦਾ ਜਿਹੜਾ ਦ੍ਰਿਸ਼ ਆ, ਅਸੀਂ ਤਾਂ ਕਹਿੰਦੇ ਸਗੋਂ ਉਹ ਲੰਮਾ ਕਹਿਣ ਲਿਆ। ਅਸੀਂ ਇਹਦੇ ਨਾਲ ਕੋਈ, ਅਸੀਂ ਸਮਝਦੇ ਹਾਂ ਵੀ ਸਾਡਾ ਜਿਹੜਾ ਆਉਣ ਵਾਲੇ ਸਮੇਂ 'ਚ ਕਿਸਾਨ ਦੀ ਵਿਚਾਰਧਾਰਾ ਚੰਗੀ ਬਣ ਰਹੀ ਆ, ਰਾਜਨੀਤਿਕ ਪੱਖ ਤੋਂ ਉਚੇਚਾ ਹੋ ਰਿਹਾ ਵਾ, ਉਹਨੂੰ ਆਪਣਾ ਪਤਾ ਲੱਗ ਰਿਹਾ। ਪਹਿਲਾਂ ਜੋ ਅੰਗਰੇਜ਼ਾਂ ਵੇਲੇ ਸਾਡੇ ਡੈਡੀ 18 ਸਾਲ ਜੇਲ੍ਹ 'ਚ ਰਹੇ ਆ, ਉਹ ਸਾਨੂੰ ਦੱਸਦੇ ਹੁੰਦੇ ਵੀ ਉਸ ਵੇਲੇ ਸਾਨੂੰ ਪਤਾ ਹੁੰਦਾ ਸੀ ਵੀ ਅੰਗਰੇਜ਼ ਸਾਡਾ ਦੁਸ਼ਮਣ, ਇਹਨੇ ਟੋਪ ਪਾਇਆ, ਇਹਦਾ ਰੰਗ ਆ ਵਾ, ਇਹ ਇਸ ਤਰ੍ਹਾਂ ਦੀ ਬੜਬੜ ਬੋਲੀ ਬੋਲਦਾ। ਆਂਦੀ ਹੁਣ ਜਿਹੜੀ ਦੁਸ਼ਮਣ ਆ, ਬੜਾ ਚਿਰ ਹੀ ਲੋਕਾਂ ਨੂੰ ਕਹਿੰਦੇ ਰਹੇ ਟਾਟੇ ਬਿਰਲੇ ਦੀ ਸਰਕਾਰ ਨਹੀਂ, ਭਾਰਤ ਦੇਸ਼ ਹਮਾਰਾ ਵਾ। ਹੁਣ ਲੋਕਾਂ ਨੂੰ ਪਤਾ ਲੱਗਾ ਅਸਲ ਵਿੱਚ ਵੀ ਦਾਨੀ ਬਾਨੀ ਇਹ ਜਿਹੜੇ 120 ਘਰਾਣੇ ਆ, ਉਹਨਾਂ ਨੇ ਇਸ ਵੇਲੇ ਸਾਰੀ 90% 93% ਜਿਹੜੀ ਵੈਲਥ ਆ ਉਹਦੇ 'ਤੇ ਭਾਰੂ ਹੋਏ ਆ, ਦੁਸ਼ਮਣ ਪਛਾਣਿਆ ਗਿਆ। ਹੁਣ ਇਹ ਸਰਕਾਰ ਮੰਗਾਂ ਮੰਨਣ ਤੋਂ ਤਦੇ ਟਾਲ ਮਟੋਲ ਕਰਦੀ ਆ, ਇਹ ਸਮਝਦੀ ਆ ਵੀ ਰਾਜਨੀਤਿਕ ਤੌਰ 'ਤੇ ਆਏ ਹੁਣ ਆਰਥਿਕ ਆਜ਼ਾਦੀ ਦੀ ਮੰਗ ਜਿਹੜੀ ਹੈ ਫੜ ਜਾਣੀ ਆ, ਇਹਦੇ ਤੋਂ ਕੰਬਣ ਡਿਆ ਇਸ ਵੇਲੇ। ਅੱਜ ਤੁਹਾਡੀ ਮੀਟਿੰਗ ਹੋਈ ਆ, ਅੱਜ ਮੀਟਿੰਗ ਦੇ ਵਿੱਚ ਇਹ ਵੀ ਡਿਸਕਸ ਕੀਤਾ ਗਿਆ ਹੋਊਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਸਪੋਰਟ ਕਰ ਰਹੇ, ਚਾਹੇ NRI, ਚਾਹੇ ਕਲਾਕਾਰ ਆ, ਚਾਹੇ ਪੰਜਾਬ ਦੇ ਲੋਕ ਆ, ਹਰਿਆਣੇ ਦੇ ਲੋਕ ਨੇ, ਉਹਨਾਂ ਦੇ ਘਰਾਂ ਦੇ ਵਿੱਚ ਅੱਜ ਰੇਡ ਪੈ ਰਹੀ ਜਿਹੜੇ ਤੁਹਾਨੂੰ ਸਪੋਰਟ ਕਰ ਰਹੇ ਨੇ। ਨਹੀਂ, ਇਹ ਤੇ ਵੇਖੋ ਜਿਹੜੀ BJP ਇੱਕ ਐਸੀ ਪਾਰਟੀ ਆ, ਪਹਿਲਾਂ ਵੈਸੇ ਹੁੰਦਾ ਰਿਹਾ, ਪਰ ਇਹਨਾਂ ਨੇ ਹੱਦ ਹੀ ਲਾਤੀ, ਜਿਸ ਤਰ੍ਹਾਂ ਕਹਿੰਦੇ ਲਾਤੀ ਲੋਈ ਤੇ ਕੀ ਕਰੇਗਾ ਕੋਈ। ਇਹ ਤੇ ਜੇ ਕੋਈ ਬਦਮਾਸ਼ ਕਤਲ ਕਰਕੇ BJP ਜੁਆਇਨ ਕਰ ਲਏ ਤਾਂ ਉਹਦੇ ਸਭ ਕੁਝ ਮਾਫ ਆ। ਜੇ ਕੋਈ ਕਿੰਨਾ ਸ਼ਰੀਫ ਵੇਖੋ, ਇਹਨਾਂ ਨੇ ਚੰਗੇ ਚੰਗੇ ਲੋਕ, ਕਲਾਕਾਰ, ਬਹੁਤ ਸਾਰੇ ਜਿਹੜੇ ਕਹਾਣੀਕਾਰ ਆ, ਸਾਰੇ ਜਿਹੜੇ ਸ਼ਹਿਰੀ ਜਿਨ੍ਹਾਂ ਨੂੰ ਇੱਕ ਕਿਸਮ ਦਾ ਉਹ ਬਣਾ ਰਹੇ ਆ ਨਕਸਲਵਾੜੀ, ਉਹ ਲੋਕ ਜੇਲ੍ਹਾਂ 'ਚ ਪਾਏ ਆ। ਇਹ ਬਰਦਾਸ਼ਤ ਨਹੀਂ ਕਰਦੇ ਵੀ ਕੋਈ ਇਹਨਾਂ ਦੇ ਕੋਈ ਵਿਰੋਧੀ ਵਿਚਾਰ ਦੇਵੇ। ਇੰਨੀ ਤਾਨਾਸ਼ਾਹੀ ਮੈਂ ਤਾਂ ਨਾ ਕਦੇ ਹੋਈ ਨਹੀਂ ਦੁਨੀਆ ਦੇ ਵਿੱਚ, ਜੋ ਇਹਨੇ ਮੋਦੀ ਨੇ ਫੜੀ ਆ। ਰੋਜ਼ 58 ਝੂਠ ਬੋਲਦਾ, ਹੁਣ ਤੱਕ ਇਹਦੇ 22,000 ਝੂਠ ਮੈਂ ਗਿਣਾ ਸਕਦਾ। ਪਹਿਲਾ ਝੂਠ 15 ਲੱਖ ਰੁਪਈਆ ਤੁਹਾਨੂੰ ਦੇਵਾਂਗੇ, 33,000 ਕਰੋੜ ਗਰੀਬਾਂ ਦਾ ਇਹਨੇ ਮਾਰ ਲਿਆ। ਸਾਨੂੰ ਬੜਾ ਦੁੱਖ ਆ। ਲੋਕਾਂ ਆਪਣੇ ਅਕਾਊਂਟ ਖੁਲਾਏ 500 ਦਾ, 1000 ਦਾ, ਉਹ ਲੈਪਸ ਹੋ ਗਏ ਕਿਉਂਕਿ ਜੇ ਟ੍ਰਾਂਜੈਕਸ਼ਨ ਨਾ ਕਰੀ ਉਹ ਜਾਂਦੇ ਰਹਿੰਦੇ ਆ ਲੋਕ। ਸੋ ਇਸ ਕਰਕੇ ਇਹ ਸਰਕਾਰ ਜਿਹੜੀ ਆ, ਇਹਦਾ ਭਾਂਡਾ ਝੂਠ ਦਾ ਭੱਜਣਾ ਹੀ ਭੱਜਣਾ, ਅਸੀਂ ਭੰਨ ਕੇ ਹੀ ਜਾਵਾਂਗੇ। ਧੰਨਵਾਦ ਸਾਹਿਬ, ਇੱਥੇ ਪਹੁੰਚੇ ਗੱਲਬਾਤ ਕਰ ਲੈਣਾ। ਸਰ ਛੋਟੀ ਜੀ ਕੱਲ ਦੀ ਤਿਆਰੀ ਬਸ ਕਿਸ ਤਰ੍ਹਾਂ ਤਿਆਰੀ ਪੂਰੀ? ਯਾਰ ਬੜਾ ਵਧੀਆ ਸ਼ਾਂਤਮਈ, ਕੱਲ ਨੂੰ 11 ਵਜੇ ਤੁਰਾਂਗੇ, ਲੀਡਰਸ਼ਿਪ ਮੂਹਰੇ ਜਾਏਗੀ, ਟਰੈਕਟਰ ਸਾਰੇ ਸਾਥੀਆਂ ਦੇ ਮਗਰ ਜਾਣਗੇ, ਆਰਾਮ ਨਾਲ ਜਾਵਾਂਗੇ। ਇਸ ਸਿੰਘੂ ਬਾਰਡਰ ਤੋਂ ਟਿਕਰੀ ਵੱਲ ਜਾਵਾਂਗੇ, ਟਿਕਰੀ ਵਾਲੇ ਸਿੰਘੂ ਵੱਲ ਆਉਣਗੇ, ਜਿੱਥੇ ਇਕੱਠੇ ਹੋ ਗਏ ਉੱਥੇ ਮਿਲ ਕੇ ਜੁਲ ਕੇ ਇੱਕ ਦੂਜੇ ਦੇ ਨਾਲ ਉੱਥੋਂ ਮਤਲਬ 26 ਤਰੀਕ ਦੀ ਰਿਹਰਸਲ ਕੀਤੀ ਜਾ ਰਹੀ ਹੈ। ਹਾਂ 26 ਦੀ ਰਿਹਰਸਲ ਕੀਤੀ ਜਾ ਰਹੀ ਹੈ। 26 ਨੂੰ ਦਿੱਲੀ ਦੇ ਲੋਕ ਦੇਖਣਗੇ ਉੱਪਰ ਹਵਾਈ ਜਹਾਜ਼, ਨੀਚੇ ਟਰੈਕਟਰ। ਹਾਂ ਚਲੋ, ਮੈਂ ਇੱਕ ਗੱਲ ਕਰਦਾ ਤੁਹਾਨੂੰ ਸਾਰੀ ਪ੍ਰੈਸ ਨੂੰ, ਇੱਥੇ ਇੱਕ ਮਤਲਬ 2 ਆਦਮੀ ਫੜੇ ਅੱਜ ਇਕੱਠ ਦੇ ਵਿੱਚੋਂ, ਹਾਂਜੀ ਉਹ ਅਸੀਂ ਆਪ ਜੀ ਦੇ ਸਾਹਮਣੇ ਕਰਨੇ ਚਾਹੁੰਦੇ ਹਾਂ ਸਾਰੀ ਪ੍ਰੈਸ ਦੇ, ਜਿਨ੍ਹਾਂ ਦੇ ਕੋਲੇ ਮਤਲਬ ਰਿਲਾਇੰਸ ਦੇ ਉਹ ਆਦਮੀ ਦੱਸ ਰਹੇ ਨੇ, ਔਰ ਉਹਨਾਂ ਨੇ ਕੁਝ ਇਹੋ ਜਿਹੇ ਖੁਲਾਸੇ ਵੀ ਕਰੇ ਨੇ ਵੀ ਸਾਡੇ ਨਾਲ ਕੁਝ ਮਤਲਬ ਔਰਤਾਂ ਹੈ, ਉਹ ਅਸੀਂ ਕੱਲ ਨੂੰ ਲੈ ਕੇ ਆਉਣੀਆਂ ਸੀ ਨਾਲ। ਤੋ ਇਹ ਗੱਲ ਇਹ ਆਦਮੀ ਇਹ ਦਿਖਾ ਦਿੰਦੇ ਆ 2 ਜਿਹੜੇ ਵਿਅਕਤੀ ਇੱਥੇ ਫੜੇ ਨੇ। ਸੋ ਇਹ ਬੰਦੇ ਜਿਹੜੇ ਫੜੇ ਨੇ 2 ਇਸ ਅੰਦੋਲਨ ਦੇ ਵਿੱਚ ਪਹੁੰਚੇ ਸੀਗੇ। ਇਹ 2 ਵਿਅਕਤੀ ਫੜੇ ਨੇ, ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ, ਬਰੀਫ ਕਰਨਗੇ। ਸਰ ਨਾਲ ਦੀ ਨਾਲ ਬਰੀਫ ਕਰ ਦਿਓ ਕੀ ਹੈ ਕਿ ਸਰ ਨਾਲ ਦੀ ਨਾਲ ਬਰੀਫ ਕਰ ਦਿਓ। ਦੇਖੋ ਇਹ 2 ਬੰਦੇ ਜਿਹੜੇ ਆ ਇਹ ਫੜੇ ਆ, ਅਸੀਂ ਸਾਡੇ ਸਟੇਜ ਦੇ ਆਸ-ਪਾਸ ਪਰਚੇ ਵੰਡਦੇ, ਖਾਸ ਕਰਕੇ ਰਿਲਾਇੰਸ ਦੇ ਜਿਹੜਾ ਅੰਬਾਨੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਜ਼ਮੀਨ ਦੇ ਤੌਰ ਦੇ ਉੱਤੇ ਇੱਕ ਤੁਹਾਨੂੰ ਇਹ ਨਹੀਂ ਕਰਾਂਗੇ, ਬਹੁਤ ਕੁਝ ਤੁਹਾਡੇ ਸਾਹਮਣੇ ਇੱਕ ਕੇਸ ਵੀ ਉਹਨਾਂ ਨੇ ਫਾਈਲ ਕੀਤਾ।
ਉਸੇ ਹੀ ਸੰਬੰਧ ਦੇ ਵਿੱਚ ਇਹ ਪਰਚੇ ਵੰਡਦੇ। ਔਰ ਕੁਝ ਔਰਤਾਂ ਦੀ ਵੀ ਗੱਲ ਆਈ ਹੈ ਕਿ ਇਹਨਾਂ ਦੇ ਨਾਲ ਆ ਕੇ ਉਹਨਾਂ ਦਾ ਕਾਰਜ ਕੀ ਹੈ, ਉਹ ਕਰਨਗੀਆਂ ਕੀ, ਉਹ ਕਿਸ ਤਰ੍ਹਾਂ ਦੀ ਮਨਸ਼ਾ ਹੈ, ਉਹਦੀ ਹਲੇ ਤੱਕ ਚਰਚਾ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਦੀ ਕਿੱਦਾਂ ਦੀ ਖਤਰਨਾਕ ਮਨਸ਼ਾ ਹੈ। ਔਰ ਇਸ ਤਰ੍ਹਾਂ ਦੇ ਅੰਦੋਲਨ ਦੇ ਵਿੱਚ ਆ ਕੇ ਕਿਸ ਤਰ੍ਹਾਂ ਲੋਕਾਂ ਨੂੰ ਭੜਕਾਇਆ ਜਾ ਰਿਹਾ, ਕਿਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਹੈ। ਸੋ ਇਹ ਸਾਰਾ ਕੁਝ ਇਹਨਾਂ ਦੀ ਮਨਸ਼ਾ ਹੈ। ਇਹ ਅੱਗੇ ਹੋਰ ਔਰਤਾਂ ਕੌਣ, ਕਿਹੜੀਆਂ ਔਰਤਾਂ ਵਾ, ਕਿੱਥੇ ਹੈਗੀਆਂ, ਕਿੰਨੀਆਂ ਔਰਤਾਂ ਇਹ ਇਹੀ ਦੱਸਣਗੇ ਕਿ ਇਹਨਾਂ ਦੇ ਨਾਲ ਕਿੰਨੀਆਂ ਕੁੜੀਆਂ ਹੈ, ਕਿੰਨੇ ਇਹ ਗਰੁੱਪ ਹੈ, ਕਿੰਨਿਆਂ ਦਾ। ਕਿਸ ਕੰਮ ਨਹੀਂ ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਆਰਐਸਐਸ ਦੇ ਬੰਦੇ ਆ। ਇਹ ਕਹਿ ਰਹੇ ਕਿ ਰਿਲਾਇੰਸ ਦੇ ਜਿਹੜੇ ਪਰਚੇ ਬਣਦੇ, ਰਿਲਾਇੰਸ ਦੇ ਪਰਚੇ ਬਣਦੇ ਹੋਏ ਆਏ ਆ। ਔਰ ਜੀ ਕਰੋਗੇ ਮਿਲਿਆ ਕੀ ਉਹ ਵੀ ਜਰਾ ਇਹ ਮੈਂ ਤੁਹਾਨੂੰ ਦੱਸਦਾ ਜੀ। ਇਹ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਇਹਨਾਂ ਦੇ ਜਿਹੜੇ ਫੋਨ ਫੜੇ ਸੀ ਸਵੇਰੇ, ਇਹਨਾਂ ਦੇ ਫੋਨ ਤੋਂ ਪਿੱਛੋਂ ਇੱਕ ਇਹਨਾਂ ਆਫਿਸ ਆ ਜਿਹੜਾ ਇਹਨਾਂ ਨੂੰ ਕਮਾਂਡ ਕਰ ਰਿਹਾ, ਔਰ ਉਹ ਬਾਰ-ਬਾਰ ਉਹ ਇਹਨਾਂ ਨੂੰ ਕਮਾਂਡ ਕਰ ਰਿਹਾ। ਕਰਨ ਨਾਂ ਦਾ ਕੋਈ ਬੰਦਾ ਹੈ, ਉਹ ਕਹਿੰਦਾ ਉਹ ਇਹਨਾਂ ਨੂੰ ਸਾਰੀ ਅਸੀਂ ਇਹਨਾਂ ਦਾ ਡਿਟੇਲ ਵੇਖੀ ਆ। 1 ਮਹੀਨੇ ਤੋਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ, ਔਰ ਉਹਦੇ ਵਿੱਚ ਇਹਨਾਂ ਨੂੰ ਨੋਡਾ ਤੋਂ ਕਿੱਥੋਂ ਐਡਰੈਸ ਮਿਲਣੀ ਹੈ, ਕਿੰਨੀਆਂ ਕਿਹੜੇ ਬਾਰਡਰ ਤੇ ਤੁਹਾਨੂੰ ਕੀ ਮਿਲੂਗਾ। ਉੱਥੇ ਬਾਰ-ਬਾਰ ਉਹਨਾਂ ਨੂੰ ਫੋਨ ਕਰਕੇ ਕਹਿ ਰਿਹਾ ਕਿ ਜੇ ਤੁਹਾਨੂੰ ਕੋਈ ਬੰਦੇ ਫੜ ਲੈਂਦੇ ਕਿਸਾਨ ਤੇ ਤੁਸੀਂ ਸਾਡਾ ਨਾਂ ਨਹੀਂ ਲੈਣਾ, ਤੁਸੀਂ ਝੂਠ ਬੋਲਣਾ ਕਿ ਸਾਨੂੰ ਤਾਂ ਕੋਈ ਪੈਸੇ ਇੱਥੋਂ ਦੇ ਕੇ ਤੇ ਸਾਨੂੰ ਇੱਥੇ ਛੱਡ ਗਿਆ ਤੇ ਆ ਸਮਾਨ ਦੇ ਗਿਆ, ਅਸੀਂ ਤਾਂ ਉਹ ਵੰਡਣਾ। ਔਰ ਸਿੰਘੂ ਦੇ ਸਪੈਸ਼ਲ ਉਹਨੇ ਬਾਰ-ਬਾਰ ਕਰਿਆ ਸਾਰੇ ਬਾਰਡਰ ਦੇ ਉੱਤੇ ਅੱਛਾ ਵੱਖ-ਵੱਖ ਤਰੀਕੇ ਦਾ ਸਮਾਨ ਵੰਡਿਆ ਜਾ ਰਿਹਾ। ਇਹ ਪਹਿਲਾਂ ਮੈਨੂੰ ਕਲੀਅਰ ਕਰ ਲੈਂਦੇ ਹੋ ਕਿ ਜੇ ਤੁਸੀਂ ਫੜੇ ਜਾਂਦੇ ਹੋ ਸਾਡਾ ਨਾਂ ਨਹੀਂ ਲੈਣਾ। ਔਰ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਤੋਂ ਉਹਨਾਂ ਇਹ ਵੀ ਕਿਹਾ ਕਿ ਫਲਾਣੀ ਜਗ੍ਹਾ ਤੇ ਤੁਹਾਨੂੰ ਕੁੜੀਆਂ ਮਿਲਣਗੀਆਂ ਟਿੱਕਰੀ ਤੇ ਜਾ ਕੇ, ਉੱਥੇ ਤੁਸੀਂ ਹਿੰਦੀ 'ਚ ਬੋਲਣਾ ਜ਼ਿਆਦਾ, ਹਿੰਦੀ ਉੱਥੇ ਤੇ ਜਿਹੜੇ ਸਿੰਘੂ ਤੇ ਜ਼ਿਆਦਾ ਪੰਜਾਬੀ ਨੇ। ਕੁੜੀਆਂ ਦਾ ਕੀ ਕੰਮ ਸੀ ਜਿਹੜਾ ਇਹਨਾਂ ਨੇ ਕਿਹਾ ਕਿ ਕੁੜੀਆਂ? ਇਹ ਵੇਖੋ, ਇਹ ਦੁਬਾਰਾ ਹੁਣ ਅਸੀਂ ਇਹਨਾਂ ਨੂੰ ਫਿਰ ਪੁੱਛਾਂਗੇ ਕਿ ਕੀ ਕਾਰਨ ਸੀ, ਪਰ ਹਾਲੇ ਸਾਨੂੰ ਇਹੋ ਹੀ ਸਾਰਾ ਕਲੀਅਰ ਹੋ ਗਿਆ ਕਿ ਇਹਨਾਂ ਨੂੰ ਟ੍ਰੇਨਿੰਗ ਇੱਕ ਪਰਚਾ ਦਿਖਾ ਦਿਓ, ਪਰਚੇ ਹੈਗੇ, ਪਰਚੇ ਇੱਕ ਵਾਰੀ ਦਿਖਾ ਦਿੱਤੇ ਜਾਣ। ਸੋ ਇਹ ਪਰਚੇ ਜਿਹੜੇ ਆ ਬਰਾਮਦ ਹੋਏ ਨੇ। ਸੋ ਸਰ ਇੱਕ ਵਾਰੀ ਪਰਚਾ ਦੱਸ ਦਿਓ ਪਰਚੇ ਦਿਖਾ ਦਿਓ। ਇੱਕ ਮਿੰਟ, ਰੋਲਾ ਇਹ ਆ ਕਿ ਜੇ ਬਾਈ ਚਾਂਸ ਇਹਨਾਂ ਨੂੰ ਕੋਈ ਉੱਥੇ ਪ੍ਰੋਬਲਮ ਆ ਜਾਵੇ, ਇਹਨਾਂ ਦੇ ਕੋਈ ਅਟੈਕ ਹੋ ਜਾਵੇ ਜਾਂ ਇਹਨਾਂ ਨੂੰ ਆਪਦੇ ਹੀ ਬੰਦੇ ਇਹਨਾਂ ਨੂੰ ਪਿੱਛੋਂ ਕੋਈ ਨੁਕਸਾਨ ਪਹੁੰਚਾ ਦਿੰਦਾ, ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਜ਼ਿੰਮੇਵਾਰੀ ਅਸੀਂ ਇਹਨਾਂ ਨੂੰ ਫੜ ਕੇ ਸੇਫ ਰੱਖਿਆ, ਇਹਨਾਂ ਨੂੰ ਕਿਸੇ ਨੇ ਕੋਈ ਟੱਚ ਨਹੀਂ ਕੀਤਾ। ਪਰ ਜਿਹੜੀ ਮੇਨ ਪ੍ਰੋਬਲਮ ਉਹ ਹੈ ਕਿ ਜੇ ਇਹਨਾਂ ਨੂੰ ਕੋਈ ਫਿਜ਼ੀਕਲ ਪ੍ਰੋਬਲਮ ਆਉਂਦੀ ਜਾਂ ਇਹਨਾਂ ਦਾ ਨੁਕਸਾਨ ਹੁੰਦਾ ਤੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਜਿਹੜੀ ਟੀਮ ਇਹਨਾਂ ਨੂੰ ਪਿੱਛੋਂ ਭੇਜ ਰਹੀ ਹੈ। ਪਰਚੇ ਬਾਰੇ ਦੱਸ ਦਿਓ, ਇੱਕ ਵਾਰੀ ਪਰਚੇ ਦੱਸ ਦਿਓ ਕੀ ਹੈ ਪਰਚੇ, ਕੀ ਲਿਖਿਆ? ਇਹ ਉਹੀ ਪਰਚੇ ਨੇ ਜਿਹੜੇ ਰਿਲਾਇੰਸ ਨੇ ਬਿਆਨ ਦਿੱਤਾ ਕਿ ਅਸੀਂ ਰਿਲਾਇੰਸ ਦਾ ਬਿਲਕੁਲ ਇਹੋ ਹੀ ਬਿਲਕੁਲ ਜਿਹੜਾ ਰਿਲਾਇੰਸ ਦਾ ਸੀ ਉਹ ਆਪਣਾ ਹੁਣ ਸਾਡੇ ਧਰਨਿਆਂ ਦੇ ਵਿੱਚ ਆ ਕੇ ਜਿਹੜਾ ਬਹੁਤ ਗਲਤ ਤਰੀਕੇ ਨਾਲ ਉਹਨੂੰ ਪ੍ਰਚਾਰ ਹੁੰਦਾ ਕਰ ਰਹੇ ਨੇ, ਕਿਉਂਕਿ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਸਾਡੇ ਅੰਦੋਲਨ ਦੇ ਵਿੱਚ ਆ ਕੇ। ਇਹ ਅੱਜ ਇਹ ਮੈਂ ਤੁਹਾਨੂੰ ਦੱਸਦਾ, ਇਹ ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਆਉਣ ਦਾ। ਕੱਲ ਅੱਜ ਇਹ ਲੈ ਕੇ ਚੀਜ਼ ਆਏ ਨੇ ਤੇ ਕੱਲ ਨੂੰ ਇਹ ਕੋਈ ਵੀ ਸ਼ਰਾਰਤ ਕਰ ਸਕਦੇ, ਕਿਉਂਕਿ ਇਹਨਾਂ ਨਾਲ ਕੁਝ ਕੁੜੀਆਂ, ਇਹਨਾਂ ਆਪ ਉੱਥੇ ਸਾਡੇ ਕੋਲ ਰਿਕਾਰਡਿੰਗ ਹੈ ਸਾਰੀ ਵੀ ਇਹਨਾਂ ਨੂੰ ਕੁਝ ਕੁੜੀਆਂ ਔਰ ਫੋਟੋਆਂ ਵੀ ਆਈਆਂ ਸਾਡੇ ਕੋਲ ਵੀ ਕਿੱਥੋਂ ਤੁਹਾਨੂੰ ਕੱਪੜੇ ਮਿਲਣਗੇ। ਇਹ ਕੁੜੀਆਂ ਲੈ ਕੇ ਵੀ ਆਉਣਗੇ। ਜੇ ਕੱਲ ਨੂੰ ਕੋਈ ਇਹੋ ਜਿਹੀ ਹਰਕਤ ਹੁੰਦੀ ਇੱਥੇ ਤੇ ਉਹ ਜ਼ਿੰਮੇਵਾਰ ਇਸ ਵਕਤ ਸਰਕਾਰ ਹੋਊਗੀ, ਪ੍ਰਸ਼ਾਸਨ ਹੋਊਗੀ, ਔਰ ਜਿਹੜਾ ਪਿੱਛੇ ਇਹਨਾਂ ਦਾ ਇੱਕ ਆਫਿਸ ਚਲਾ ਰਿਹਾ ਬੰਦਾ ਕਰਨ, ਜਿਹੜਾ ਇਹਨਾਂ ਨੂੰ ਬਾਰ-ਬਾਰ ਫੋਨ ਕਰਕੇ ਕਮਾਂਡ ਦੇ ਰਿਹਾ, ਉਹ ਜ਼ਿੰਮੇਵਾਰ ਹੋਊਗਾ। ਪਕੜਨ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ, ਕਰਨ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਨਹੀਂ, ਉਹ ਗੱਲ ਹੁੰਦੀ ਸੀ, ਅਸੀਂ ਆਪ ਤਾਂ ਨਹੀਂ ਕੀਤੀ, ਅਸੀਂ ਹੈਂਡ ਫ੍ਰੀ ਕਰਕੇ ਇਹਨਾਂ ਨਾਲ ਗੱਲ ਕੀਤੀ, ਇਹਨਾਂ ਨਾਲ ਕਰਦਾ ਰਿਹਾ। और वो बार बार यही कह रहा था कि आप कहाँ हो, मैंने जो आपको काम दिया था आपने वो काम क्लियर क्यों नहीं किया, आप कोई फोटो नहीं भेज रहे, आप क्या कर रहे हो। ਉਹ ਇਹਨਾਂ ਨੂੰ ਟੁੱਟ ਕੇ ਪੈ ਰਿਹਾ ਸੀ ਕਦੋਂ ਦਾ ਕਿ ਤੁਸੀਂ ਜਿਹੜਾ ਮੈਂ ਤੁਹਾਨੂੰ ਕੰਮ ਦਿੱਤਾ ਸੀ ਤੁਸੀਂ ਕੀਤਾ ਨਹੀਂ, ਉਹਦੀ ਰਿਪੋਰਟ ਨਹੀਂ ਦਿੱਤੀ। ਮੈਨੂੰ ਵੀ ਪਿੱਛੋਂ ਕਹਿੰਦਾ ਝਿੜਕਾ ਪੈ ਰਿਹਾ। ਨਹੀਂ ਤੁਹਾਨੂੰ ਕਿਸ ਤਰੀਕੇ ਨਾਲ ਕੰਮ ਕਹਿ ਰਹੇ, ਕਿਸ ਤਰ੍ਹਾਂ ਦਾ ਕੰਮ ਕਰਨ ਦੀ ਕਹਿ ਰਹੇ? ਬਸ ਇਹ ਤਾਂ ਅਸੀਂ ਵੇਖੋ, ਅਸੀਂ ਸਖਤੀ ਤਾਂ ਕਰ ਨਹੀਂ ਸਕਦੇ। ਇਹ ਹੁਣ ਇਹ ਤਾਂ ਇਹੋ ਹੀ ਕਹਿ ਰਿਹਾ ਕਿ ਸਾਨੂੰ ਪੈਸੇ ਮਿਲੇ ਸੀ, ਇਹ 500 ਰੁਪਿਆ ਦਿਹਾੜੀ ਇਹਨਾਂ ਕਿਹਾ, 500 ਰੁਪਿਆ ਦਿਹਾੜੀ ਸਾਨੂੰ ਦਿੱਤੀ ਗਈ ਸੀ। ਤੁਸੀਂ ਜ਼ਿੰਮੇਵਾਰੀਆਂ ਫੜਿਆ ਵਾ ਇਹਨਾਂ ਨੂੰ, ਹੁਣ ਕੀ ਰੱਖਿਆ ਜਾਊ, ਕਿੱਥੇ ਪੁਲਿਸ ਨੂੰ ਦਿੱਤਾ ਜਾਊਗਾ? ਉਹ ਦੇਖਦੇ ਅਸੀਂ 30 ਜਥੇਬੰਦੀਆਂ ਮੀਟਿੰਗ 'ਚ ਹੁਣ किसने भेजा? किसने भेजा? क्या नाम है आपका? नाम क्या है आपका? शारिब नाम क्या है? शारिब नाम है। ਕੱਪੜਾ ਨਾ ਚੱਕੋ। शारिब नाम है जी। शारिब किसने भेजा? सर कल यस्टरडे नाइट मेरे को एक कॉल आई थी, करण नाम का बंदा है, उसने मुझे भेजा था, कह रहे थे कि आपको ना लीफलेट बांटने हैं जहाँ भी फार्मर्स प्रोटेस्ट कर रहे हैं। हाँ। मैंने कहा ठीक है सर बांट दूंगा, कोई प्रॉब्लम तो क्रिएट नहीं होगी। कह रहे नहीं ऐसी कोई बात नहीं, आप बांट देना। आज वो बंदा 12 बजे आया है बॉर्डर पे, उन्होंने मेरे को लीफलेट दिए हैं और बोला आप इसको डिस्ट्रीब्यूट करो। मैं सर बस डिस्ट्रीब्यूट कर रहा था, बस इतनी सी बात थी। और जो लड़कियों की बात आ रही है वो लड़कियों की बात बताएंगे क्या है? वो लड़कियों की बात यह है, जैसे मैं इलेक्शंस में रैलियों में ना मैन पावर देता था, तो वो प्रीवियस कुछ ईयर की फ़ोटोज़ है, वही मैंने उनको सेंड करी थी। उन्होंने बोलता दिखाओ आप कैसे बंदे हैं, कैसे काम करते हैं, बस वही मैंने फ़ोटो उनको सेंड करी थी। बस वही फ़ोटो। सर बिलोंग्स टू बिहार और घर दिल्ली में है सर। एक बार नाम क्लियर कर दो, नाम क्या है आपका? नाम मोहम्मद शारिब है। ਇਹ यूपी का आदमी है। एक यूपी तो
सर और मेरे को इस चीज़ के बारे में नॉलेज नहीं थी कि इस लीफलेट के अंदर क्या रिटर्न है। और ये भी बोलो जो टिकरी में हिंदी में बोलना है। हाँ सर, और ये भी बोला था जहाँ जैसे बंदे हैं वहाँ वो लीफलेट बांटना है। जैसे सिंगू बॉर्डर पे पंजाबी हैं तो पंजाबी लीफलेट बांटना है, और टिकरी बॉर्डर पे हिंदी लीफलेट बांटने हैं। तो आप कितने बंदे हैं टोटल, कितने बंदे हैं? मैं आज ट्रायल के लिए, मैंने उन्हें ये बोला था कि मैं ट्रायल करूंगा, सिर्फ एक दिन देखूंगा सर, अगर अच्छा लगे तो करूंगा। तो अब सिर्फ हम ही 2 बंदे ਕਿਸਾਨਾਂ आए। ਨੇ ਇਹਨਾਂ ਨੂੰ ਪਕੜਿਆ ਵਾ ਔਰ ਸੇਫ ਰੱਖਿਆ ਹੈ ਵਾ, ਸੇਫ ਰੱਖਿਆ ਹੈ। ਅਗਰ ਕਿਸੇ ਤਰ੍ਹਾਂ ਦਾ ਵੀ ਕੋਈ ਸਰੀਰਕ ਨੁਕਸਾਨ ਹੁੰਦਾ ਹੈ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਹ ਪ੍ਰਸ਼ਾਸਨ ਤੇ ਸੈਂਟਰ ਗਵਰਨਮੈਂਟ, ਦਿੱਲੀ ਗਵਰਨਮੈਂਟ ਦਾ ਦੂਸਰੀਆਂ ਸਾਰੀਆਂ ਇਸ ਗੱਲ ਦੀਆਂ ਜ਼ਿੰਮੇਵਾਰ ਹੋਣਗੀਆਂ। ਸਾਡੇ ਕੋਲ ਇੱਥੇ ਪਹੁੰਚ ਕੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਸਰਕਾਰ ਨੂੰ। ਸੋ ਅਸੀਂ ਇਹ ਫਿਰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ਼ ਆਵੇ ਸਰਕਾਰ। ਸੋ ਇਹ ਲੜਕੇ ਜਿਹੜੇ ਫੜੇ ਨੇ ਹੱਥ 'ਚ ਇਹਨਾਂ ਦੇ ਪੌਂਫਲੇਟ ਨੇ। ਸੋ ਰਿਲਾਇੰਸ ਵੱਲੋਂ ਜੋ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਅੱਜ ਇੱਥੇ ਪੌਂਫਲੇਟ ਫੜ ਰਹੇ ਸੀ। ਸੋ ਕੱਲ ਟਰੈਕਟਰ ਮਾਰਚ ਕੱਢਿਆ ਜਾਣਾ ਵਾ। ਕਿਸਾਨਾਂ ਨਾਲ ਗੱਲਬਾਤ ਕੀਤੀ, ਉਹਦੀ ਤਿਆਰੀ ਜਿਹੜੀ ਆ ਰਿਹਰਸਲ ਦੇ ਤੌਰ ਤੇ ਕੱਲ ਕੀਤੀ ਜਾਣੀ, ਔਰ 26 ਜਨਵਰੀ ਦੀ ਇਹ ਪੂਰੀ ਤਿਆਰੀ ਜਿਹੜੀ ਆ ਟਰੈਕਟਰ ਮਾਰਚ ਕਰਨਗੇ। ਸੋ ਜਿਵੇਂ ਦੱਸਿਆ ਗਿਆ ਕਿ ਦਿੱਲੀ ਦੇ ਬਾਰਡਰ ਜਿਹੜੇ ਟਰੈਕਟਰ ਪਹੁੰਚੇ ਨੇ ਉਹ ਟਰੈਕਟਰ ਮਾਰਚ ਜਿਹੜੇ 'ਚ ਸ਼ਾਮਲ ਨਹੀਂ ਹੋਣਗੇ। ਪੰਜਾਬ ਅਤੇ ਹਰਿਆਣਾ ਤੋਂ ਹੋਰ ਟਰੈਕਟਰ ਜਿਹੜੇ ਆ ਉਹ ਇਸ ਪਰੇਡ ਦੇ ਵਿੱਚ ਸ਼ਾਮਲ ਕੀਤੇ ਜਾਣਗੇ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ। ਹੁਣ ਲੋਕਾਂ ਨੂੰ ਪਤਾ ਲੱਗਾ ਰੁਪਈਆ ਤੁਹਾਨੂੰ ਦੇਵਾਂਗੇ। 33,000 ਕਰੋੜ ਗਰੀਬਾਂ ਦਾ ਇਹਨੇ ਮਾਰ ਲਿਆ। ਸਾਨੂੰ ਬੜਾ ਦੁੱਖ ਆ। ਲੋਕਾਂ ਆਪਣੇ ਅਕਾਊਂਟ ਖੁਲਾਏ 500 ਦਾ 1000 ਦਾ, ਉਹ ਲੈਪਸ ਹੋ ਗਏ ਕਿਉਂਕਿ ਜੇ ਟ੍ਰਾਂਜੈਕਸ਼ਨ ਨਾ ਕਰੀ ਉਹ ਜਾਂਦੇ ਰਹਿੰਦੇ ਆ ਲੋਕ। ਸੋ ਇਸ ਕਰਕੇ ਇਹ ਸਰਕਾਰ ਜਿਹੜੀ ਆ ਇਹਦਾ ਭਾਂਡਾ ਝੂਠ ਦਾ ਭੱਜਣਾ ਹੀ ਭੱਜਣਾ, ਅਸੀਂ ਭੰਨ ਕੇ ਹੀ ਜਾਵਾਂਗੇ। ਧੰਨਵਾਦ ਸਾਹਿਬ ਇੱਥੇ ਪਹੁੰਚੇ ਗੱਲਬਾਤ ਕਰ ਲੈਣਾ ਸਰ। ਸਰ ਛੋਟੀ ਜੀ ਕੱਲ ਦੀ ਤਿਆਰੀ ਬਸ ਕਿਸ ਤਰ੍ਹਾਂ ਦੀ ਤਿਆਰੀ ਪੂਰੀ? ਯਾਰ ਬੜਾ ਵਧੀਆ ਸ਼ਾਂਤਮਈ। ਕੱਲ ਨੂੰ 11 ਵਜੇ ਤੁਰਾਂਗੇ, ਲੀਡਰਸ਼ਿਪ ਮੂਹਰੇ ਜਾਏਗੀ, ਟਰੈਕਟਰ ਸਾਰੇ ਸਾਥੀਆਂ ਦੇ ਮਗਰ ਜਾਣਗੇ, ਆਰਾਮ ਨਾਲ ਜਾਵਾਂਗੇ। ਇਸ ਸਿੰਘੂ ਬਾਰਡਰ ਤੋਂ ਟਿਕਰੀ ਵੱਲ ਜਾਵਾਂਗੇ, ਟਿਕਰੀ ਵਾਲੇ ਸਿੰਘੂ ਵੱਲ ਆਉਣਗੇ। ਜਿੱਥੇ ਇਕੱਠੇ ਹੋ ਗਏ ਉੱਥੇ ਮਿਲ ਕੇ ਜੁਲ ਕੇ ਇੱਕ ਦੂਜੇ ਦੇ ਨਾਲ ਉੱਥੋਂ ਮਤਲਬ 26 ਤਰੀਕ ਦੀ ਰਿਹਰਸਲ ਕੀਤੀ ਜਾ ਰਹੀ ਹੈ। ਹਾਂ 26 ਦੀ ਰਿਹਰਸਲ ਕੀਤੀ ਜਾ ਰਹੀ ਹੈ। 26 ਨੂੰ ਦਿੱਲੀ ਦੇ ਲੋਕ ਦੇਖਣਗੇ ਉੱਪਰ ਹਵਾਈ ਜਹਾਜ਼, ਨੀਚੇ ਟਰੈਕਟਰ। ਹਾਂ ਚਲੋ ਮੈਂ ਇੱਕ ਗੱਲ ਕਰਦਾ ਤੁਹਾਨੂੰ ਸਾਰੀ ਪ੍ਰੈਸ ਨੂੰ। ਇੱਥੇ ਇੱਕ ਮਤਲਬ 2 ਆਦਮੀ ਫੜੇ ਅੱਜ ਇਕੱਠ ਦੇ ਵਿੱਚੋਂ। ਹਾਂਜੀ ਉਹ ਅਸੀਂ ਆਪ ਜੀ ਦੇ ਸਾਹਮਣੇ ਕਰਨੇ ਚਾਹੁੰਦੇ ਹਾਂ ਸਾਰੀ ਪ੍ਰੈਸ ਦੇ, ਜਿਨ੍ਹਾਂ ਦੇ ਕੋਲੇ ਮਤਲਬ ਰਿਲਾਇੰਸ ਦੇ ਉਹ ਆਦਮੀ ਦੱਸ ਰਹੇ ਨੇ, ਔਰ ਉਹਨਾਂ ਨੇ ਕੁਝ ਇਹੋ ਜਿਹੇ ਖੁਲਾਸੇ ਵੀ ਕਰੇ ਨੇ ਵੀ ਸਾਡੇ ਨਾਲ ਕੁਝ ਮਤਲਬ ਔਰਤਾਂ ਹੈ, ਉਹ ਅਸੀਂ ਕੱਲ ਨੂੰ ਲੈ ਕੇ ਆਉਣੀਆਂ ਸੀ ਨਾਲ। ਤੋ ਇਹ ਗੱਲ ਇਹ ਆਦਮੀ ਇਹ ਦਿਖਾ ਦਿੰਦੇ ਆ 2 ਜਿਹੜੇ ਵਿਅਕਤੀ ਇੱਥੇ ਫੜੇ ਨੇ। ਸੋ ਇਹ ਬੰਦੇ ਜਿਹੜੇ ਫੜੇ ਨੇ 2 ਇਸ ਅੰਦੋਲਨ ਦੇ ਵਿੱਚ ਪਹੁੰਚੇ ਸੀਗੇ। ਇਹ 2 ਵਿਅਕਤੀ ਫੜੇ ਨੇ, ਸਾਰਿਆਂ ਨੂੰ ਦੱਸਣਾ ਚਾਹੁੰਦੇ ਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ, ਬਰੀਫ ਕਰਨਗੇ। ਸਰ ਨਾਲ ਦੀ ਨਾਲ ਬਰੀਫ ਕਰ ਦਿਓ ਕੀ ਹੈ ਕੀ ਸਰ ਨਾਲ ਦੀ ਨਾਲ ਬਰੀਫ ਕਰ ਦਿਓ ਇੱਕ ਵਾਰ। ਦੇਖੋ ਇਹ 2 ਬੰਦੇ ਜਿਹੜੇ ਆ ਇਹ ਫੜੇ ਆ। ਅਸੀਂ ਸਾਡੇ ਸਟੇਜ ਦੇ ਆਸ-ਪਾਸ ਪਰਚੇ ਵੰਡਦੇ, ਖਾਸ ਕਰਕੇ ਰਿਲਾਇੰਸ ਦੇ ਜਿਹੜਾ ਅੰਬਾਨੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਜ਼ਮੀਨ ਦੇ ਤੌਰ ਦੇ ਉੱਤੇ ਇੱਕ ਤੁਹਾਨੂੰ ਇਹ ਨਹੀਂ ਕਰਾਂਗੇ, ਬਹੁਤ ਕੁਝ ਤੁਹਾਡੇ ਸਾਹਮਣੇ ਇੱਕ ਕੇਸ ਵੀ ਉਹਨਾਂ ਨੇ ਫਾਈਲ ਕੀਤਾ। ਉਸੇ ਹੀ ਸੰਬੰਧ ਦੇ ਵਿੱਚ ਇਹ ਪਰਚੇ ਵੰਡਦੇ, ਔਰ ਕੁਝ ਔਰਤਾਂ ਦੀ ਵੀ ਗੱਲ ਆਈ ਹੈ ਕਿ ਇਹਨਾਂ ਦੇ ਨਾਲ ਆ ਕੇ ਉਹਨਾਂ ਦਾ ਕਾਰਜ ਕੀ ਹੈ, ਉਹ ਕਰਨਗੀਆਂ ਕੀ, ਉਹ ਕਿਸ ਤਰ੍ਹਾਂ ਦੀ ਮਨਸ਼ਾ ਹੈ, ਉਹਦੀ ਹਲੇ ਤੱਕ ਚਰਚਾ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਦੀ ਕਿੱਦਾਂ ਦੀ ਖਤਰਨਾਕ ਮਨਸ਼ਾ ਹੈ, ਔਰ ਇਸ ਤਰ੍ਹਾਂ ਦੇ ਅੰਦੋਲਨ ਦੇ ਵਿੱਚ ਆ ਕੇ ਕਿਸ ਤਰ੍ਹਾਂ ਲੋਕਾਂ ਨੂੰ ਭੜਕਾਇਆ ਜਾ ਰਿਹਾ, ਕਿਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਹੈ। ਸੋ ਇਹ ਸਾਰਾ ਕੁਝ ਇਹਨਾਂ ਦੀ ਮਨਸ਼ਾ ਹੈ। ਇਹ ਅੱਗੇ ਹੋਰ ਔਰਤਾਂ ਕੌਣ, ਕਿਹੜੀਆਂ ਔਰਤਾਂ ਵਾ, ਕਿੱਥੇ ਹੈਗੀਆਂ, ਕਿੰਨੀਆਂ ਔਰਤਾਂ? ਇਹ ਇਹੀ ਦੱਸਣਗੇ ਕਿ ਇਹਨਾਂ ਦੇ ਨਾਲ ਕਿੰਨੀਆਂ ਕੁੜੀਆਂ, ਕਿੰਨੇ ਇਹ ਗਰੁੱਪ ਹੈ, ਕਿੰਨਿਆਂ ਦਾ। ਕਿਸ ਕੰਮ? ਨਹੀਂ ਅਸੀਂ ਇਹ ਨਹੀਂ ਕਹਿ ਰਹੇ ਕਿ ਇਹ RSS ਦੇ ਬੰਦੇ ਆ। ਇਹ ਕਹਿ ਰਹੇ ਕਿ ਰਿਲਾਇੰਸ ਜਿਹੜੇ ਪਰਚੇ ਬਣਦੇ, ਰਿਲਾਇੰਸ ਦੇ ਪਰਚੇ ਬਣਦੇ ਹੋਏ ਆਏ ਆ। ਔਰ ਜੀ ਕਰੋਗੇ ਮਿਲਿਆ ਕੀ ਉਹ ਵੀ ਜਰਾ। ਇਹ ਮੈਂ ਤੁਹਾਨੂੰ ਦੱਸਦਾ ਜੀ, ਇਹ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਇਹਨਾਂ ਦੇ ਜਿਹੜੇ ਫੋਨ ਫੜੇ ਸੀ ਸਵੇਰੇ, ਇਹਨਾਂ ਦੇ ਫੋਨ ਤੋਂ ਪਿੱਛੋਂ ਇੱਕ ਇਹਨਾਂ ਆਫਿਸ ਆ ਜਿਹੜਾ ਇਹਨਾਂ ਨੂੰ ਕਮਾਂਡ ਕਰ ਰਿਹਾ, ਔਰ ਉਹ ਬਾਰ-ਬਾਰ ਉਹ ਇਹਨਾਂ ਨੂੰ ਕਮਾਂਡ ਕਰ ਰਿਹਾ। ਕਰਨ ਨਾਂ ਦਾ ਕੋਈ ਬੰਦਾ ਹੈ, ਉਹ ਕਹਿੰਦਾ ਇਹਨਾਂ ਨੂੰ ਨਾ ਸਾਰੀ ਅਸੀਂ ਇਹਨਾਂ ਦਾ ਡਿਟੇਲ ਵੇਖੀ ਆ। 1 ਮਹੀਨੇ ਤੋਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ, ਔਰ ਉਹਦੇ ਵਿੱਚ ਇਹਨਾਂ ਨੂੰ ਨੋਡਾ ਤੋਂ ਕਿੱਥੋਂ ਐਡਰੈਸ ਮਿਲਣੀ ਹੈ, ਕਿੰਨੀਆਂ ਕਿਹੜੇ ਬਾਰਡਰ ਤੇ ਤੁਹਾਨੂੰ ਕੀ ਮਿਲੂਗਾ। ਉੱਥੇ ਬਾਰ-ਬਾਰ ਉਹਨਾਂ ਨੂੰ ਫੋਨ ਕਰਕੇ ਕਹਿ ਰਿਹਾ ਕਿ ਜੇ ਤੁਹਾਨੂੰ ਕੋਈ ਬੰਦੇ ਫੜ ਲੈਂਦੇ ਕਿਸਾਨ ਤੇ ਤੁਸੀਂ ਸਾਡਾ ਨਾਂ ਨਹੀਂ ਲੈਣਾ, ਤੁਸੀਂ ਝੂਠ ਬੋਲਣਾ ਕਿ ਸਾਨੂੰ ਤਾਂ ਕੋਈ ਪੈਸੇ ਇੱਥੋਂ ਦੇ ਕੇ ਤੇ ਸਾਨੂੰ ਇੱਥੇ ਛੱਡ ਗਿਆ ਤੇ ਆ ਸਮਾਨ ਦੇ ਗਿਆ, ਅਸੀਂ ਤਾਂ ਉਹ ਵੰਡਣਾ। ਔਰ ਸਿੰਘੂ ਦੇ ਸਪੈਸ਼ਲ ਉਹਨੇ ਬਾਰ-ਬਾਰ ਕਰਿਆ ਸਾਰੇ ਬਾਰਡਰ ਦੇ ਉੱਤੇ। ਅੱਛਾ ਵੱਖ-ਵੱਖ ਤਰੀਕੇ ਦਾ ਸਮਾਨ ਵੰਡਿਆ ਜਾ ਇਹ ਪਹਿਲਾਂ ਮੈਨੂੰ ਕਲੀਅਰ ਕਰ ਲੈਂਦੇ ਹੋ ਕਿ ਜੇ ਤੁਸੀਂ ਫੜੇ ਜਾਂਦੇ ਹੋ ਸਾਡਾ ਨਾਂ ਨਹੀਂ ਲੈਣਾ,
ਔਰ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਤੋਂ ਉਹਨਾਂ ਇਹ ਵੀ ਕਿਹਾ ਕਿ ਫਲਾਣੀ ਜਗ੍ਹਾ ਤੇ ਤੁਹਾਨੂੰ ਕੁੜੀਆਂ ਮਿਲਣਗੀਆਂ ਟਿਕਰੀ ਤੇ ਜਾ ਕੇ, ਉੱਥੇ ਤੁਸੀਂ ਹਿੰਦੀ 'ਚ ਬੋਲਣਾ, ਜ਼ਿਆਦਾ ਹਿੰਦੀ ਉੱਥੇ ਤੇ ਜਿਹੜੇ ਸਿੰਘੂ ਤੇ ਜ਼ਿਆਦਾ ਪੰਜਾਬੀ ਨੇ। ਕੁੜੀਆਂ ਦਾ ਕੀ ਕੰਮ ਸੀ ਜਿਹੜਾ ਇਹਨਾਂ ਨੇ ਕਿਹਾ ਕਿ ਕੁੜੀਆਂ ਇਹ ਵੇਖੋ, ਇਹ ਦੁਬਾਰਾ ਹੁਣ ਅਸੀਂ ਇਹਨਾਂ ਨੂੰ ਫਿਰ ਪੁੱਛਾਂਗੇ ਕਿ ਕੀ ਕਾਰਨ ਸੀ, ਪਰ ਹਾਲੇ ਸਾਨੂੰ ਇਹੋ ਹੀ ਸਾਰਾ ਕਲੀਅਰ ਹੋ ਗਿਆ ਕਿ ਇਹਨਾਂ ਨੂੰ ਟ੍ਰੇਨਿੰਗ ਇੱਕ ਪਰਚਾ ਦਿਖਾ ਦਿਓ, ਪਰਚੇ ਹੈਗੇ, ਪਰਚੇ ਇੱਕ ਵਾਰੀ ਦਿਖਾ ਦਿੱਤੇ ਜਾਣ। ਸੋ ਇਹ ਪਰਚੇ ਜਿਹੜੇ ਆ ਬਰਾਮਦ ਹੋਏ ਨੇ। ਸੋ ਸਰ ਇੱਕ ਵਾਰੀ ਪਰਚਾ ਦੱਸ ਦਿਓ ਪਰਚੇ ਦਿਖਾ ਦਿਓ। ਇੱਕ ਮਿੰਟ, ਰੋਲਾ ਇਹ ਆ ਕਿ ਜੇ ਬਾਈ ਚਾਂਸ ਇਹਨਾਂ ਨੂੰ ਕੋਈ ਉੱਥੇ ਪ੍ਰੋਬਲਮ ਆ ਜਾਵੇ, ਇਹਨਾਂ ਦੇ ਕੋਈ ਅਟੈਕ ਹੋ ਜਾਵੇ ਜਾਂ ਇਹਨਾਂ ਨੂੰ ਆਪਦੇ ਹੀ ਬੰਦੇ ਇਹਨਾਂ ਨੂੰ ਪਿੱਛੋਂ ਕੋਈ ਨੁਕਸਾਨ ਪਹੁੰਚਾ ਦਿੰਦਾ, ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਜ਼ਿੰਮੇਵਾਰੀ ਅਸੀਂ ਇਹਨਾਂ ਨੂੰ ਫੜ ਕੇ ਸੇਫ ਰੱਖਿਆ, ਇਹਨਾਂ ਨੂੰ ਕਿਸੇ ਨੇ ਕੋਈ ਟੱਚ ਨਹੀਂ ਕੀਤਾ। ਪਰ ਜਿਹੜੀ ਮੇਨ ਪ੍ਰੋਬਲਮ ਉਹ ਹੈ ਕਿ ਜੇ ਇਹਨਾਂ ਨੂੰ ਕੋਈ ਫਿਜ਼ੀਕਲ ਪ੍ਰੋਬਲਮ ਆਉਂਦੀ ਜਾਂ ਇਹਨਾਂ ਦਾ ਨੁਕਸਾਨ ਹੁੰਦਾ ਤੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਜਿਹੜੀ ਟੀਮ ਇਹਨਾਂ ਨੂੰ ਪਿੱਛੋਂ ਭੇਜ ਰਹੀ ਆ। ਪਰਚੇ ਬਾਰੇ ਦੱਸ ਦਿਓ, ਪਰਚੇ ਬਾਰੇ ਦੱਸ ਦਿਓ, ਇੱਕ ਵਾਰੀ ਪਰਚੇ ਦੱਸ ਦਿਓ ਕੀ ਹੈ, ਪਰਚੇ ਕੀ ਲਿਖਿਆ? ਇਹ ਉਹੀ ਪਰਚੇ ਨੇ ਜਿਹੜੇ ਰਿਲਾਇੰਸ ਨੇ ਬਿਆਨ ਦਿੱਤਾ ਕਿ ਅਸੀਂ ਰਿਲਾਇੰਸ ਦਾ ਬਿਲਕੁਲ ਇਹੋ ਹੀ ਹੈ, ਬਿਲਕੁਲ ਜਿਹੜਾ ਰਿਲਾਇੰਸ ਦਾ ਸੀ ਉਹ ਆਪਣਾ ਹੁਣ ਸਾਡੇ ਧਰਨਿਆਂ ਦੇ ਵਿੱਚ ਆ ਕੇ ਜਿਹੜਾ ਬਹੁਤ ਗਲਤ ਤਰੀਕੇ ਨਾਲ ਉਹਨੂੰ ਪ੍ਰਚਾਰ ਹੁੰਦਾ ਕਰ ਰਹੇ ਨੇ, ਕਿਉਂਕਿ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਸਾਡੇ ਅੰਦੋਲਨ ਦੇ ਵਿੱਚ ਆ ਕੇ। ਇਹ ਅੱਜ ਇਹ ਮੈਂ ਤੁਹਾਨੂੰ ਦੱਸਦਾ, ਇਹ ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਆਉਣ ਦਾ। ਕੱਲ ਅੱਜ ਇਹ ਲੈ ਕੇ ਚੀਜ਼ ਆਏ ਨੇ ਤੇ ਕੱਲ ਨੂੰ ਇਹ ਕੋਈ ਵੀ ਸ਼ਰਾਰਤ ਕਰ ਸਕਦੇ, ਕਿਉਂਕਿ ਇਹਨਾਂ ਨਾਲ ਕੁਝ ਕੁੜੀਆਂ, ਇਹਨਾਂ ਆਪ ਉੱਥੇ ਸਾਡੇ ਕੋਲ ਰਿਕਾਰਡਿੰਗ ਹੈ ਸਾਰੀ, ਵੀ ਇਹਨਾਂ ਨੂੰ ਕੁਝ ਕੁੜੀਆਂ ਔਰ ਫੋਟੋਆਂ ਵੀ ਆਈਆਂ ਸਾਡੇ ਕੋਲ ਵੀ ਕਿੱਥੋਂ ਤੁਹਾਨੂੰ ਕੱਪੜੇ ਮਿਲਣਗੇ। ਇਹ ਕੁੜੀਆਂ ਲੈ ਕੇ ਵੀ ਆਉਣਗੇ। ਜੇ ਕੱਲ ਨੂੰ ਕੋਈ ਇਹੋ ਜਿਹੀ ਹਰਕਤ ਹੁੰਦੀ ਇੱਥੇ ਤੇ ਉਹ ਜ਼ਿੰਮੇਵਾਰ ਇਸ ਵਕਤ ਸਰਕਾਰ ਹੋਊਗੀ, ਪ੍ਰਸ਼ਾਸਨ ਹੋਊਗੀ, ਔਰ ਜਿਹੜਾ ਪਿੱਛੇ ਇਹਨਾਂ ਦਾ ਇੱਕ ਆਫਿਸ ਚਲਾ ਰਿਹਾ ਬੰਦਾ ਕਰਨ, ਜਿਹੜਾ ਇਹਨਾਂ ਨੂੰ ਬਾਰ-ਬਾਰ ਫੋਨ ਕਰਕੇ ਕਮਾਂਡ ਦੇ ਰਿਹਾ, ਉਹ ਜ਼ਿੰਮੇਵਾਰ ਹੋਊਗਾ। ਪਕੜਨ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ ਕਰਨ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਨਹੀਂ, ਉਹ ਗੱਲ ਹੁੰਦੀ ਸੀ, ਅਸੀਂ ਆਪ ਤਾਂ ਨਹੀਂ ਕੀਤੀ, ਅਸੀਂ ਹੈਂਡ ਫ੍ਰੀ ਕਰਕੇ ਇਹਨਾਂ ਨਾਲ ਗੱਲ ਕੀਤੀ, ਇਹਨਾਂ ਨਾਲ ਕਰਦਾ ਰਿਹਾ। और वो बार बार यही कह रहा था कि आप कहाँ हो, मैंने जो आपको काम दिया था आपने वो काम क्लियर क्यों नहीं किया, आप कोई फोटो नहीं भेज रहे, आप क्या कर रहे हो? ਉਹ ਇਹਨਾਂ ਨੂੰ ਟੁੱਟ ਕੇ ਪੈ ਰਿਹਾ ਸੀ ਕਦੋਂ ਦਾ ਕਿ ਤੁਸੀਂ ਜਿਹੜਾ ਮੈਂ ਤੁਹਾਨੂੰ ਕੰਮ ਦਿੱਤਾ ਸੀ ਤੁਸੀਂ ਕੀਤਾ ਨਹੀਂ, ਉਹਦੀ ਰਿਪੋਰਟ ਨਹੀਂ ਦਿੱਤੀ। ਮੈਨੂੰ ਵੀ ਪਿੱਛੋਂ ਕਹਿੰਦਾ ਝਿੜਕਾ ਪੈ ਰਿਹਾ। ਤੁਹਾਨੂੰ ਕਿਸ ਤਰੀਕੇ ਨਾਲ ਕੰਮ ਕਹਿ ਰਹੇ, ਕਿਸ ਤਰ੍ਹਾਂ ਦਾ ਕੰਮ ਕਰਨ ਲਈ ਕਹਿ ਬਸ ਇਹ ਤਾਂ ਅਸੀਂ ਵੇਖੋ, ਅਸੀਂ ਸਖਤੀ ਤਾਂ ਕਰ ਨਹੀਂ ਸਕਦੇ। ਇਹ ਹੁਣ ਇਹ ਤਾਂ ਇਹੋ ਹੀ ਕਹਿ ਰਿਹਾ ਕਿ ਸਾਨੂੰ ਪੈਸੇ ਮਿਲੇ ਸੀ, ਇਹ 500 ਰੁਪਿਆ ਦਿਹਾੜੀ ਇਹਨਾਂ ਕਿਹਾ, 500 ਰੁਪਿਆ ਦਿਹਾੜੀ ਸਾਨੂੰ ਦਿੱਤੀ ਗਈ ਸੀ। ਤੁਸੀਂ ਜ਼ਿੰਮੇਵਾਰੀਆਂ ਫੜਿਆ ਵਾ ਇਹਨਾਂ ਨੂੰ, ਹੁਣ ਕੀ ਰੱਖਿਆ ਜਾਊ, ਕਿੱਥੇ ਪੁਲਿਸ ਨੂੰ ਦਿੱਤਾ ਜਾਊਗਾ? ਉਹ ਦੇਖਦੇ ਅਸੀਂ 30 ਜਥੇਬੰਦੀਆਂ ਮੀਟਿੰਗ 'ਚ ਹੁਣ किसने भेजा? किसने भेजा? क्या नाम है आपका? नाम क्या है आपका? शारिब नाम क्या है? शारिब नाम है। ਕੱਪੜਾ ਨਾ ਚੱਕੋ। शारिब नाम है जी। शारिब किसने भेजा? सर कल यस्टरडे नाइट मेरे को एक कॉल आई थी, करण नाम का बंदा है, उसने मुझे भेजा था, कह रहे थे कि आपको ना लीफलेट बांटने हैं जहाँ भी फार्मर्स प्रोटेस्ट कर रहे हैं। मैंने कहा ठीक है सर बांट दूंगा, कोई प्रॉब्लम तो क्रिएट नहीं होगी। कह रहे नहीं ऐसी कोई बात नहीं, आप बांट देना। आज वो बंदा 12 बजे आया है बॉर्डर पे, उन्होंने मेरे को लीफलेट दिए हैं और बोला आप इसको डिस्ट्रीब्यूट करो। मैं सर बस डिस्ट्रीब्यूट कर रहा था, बस इतनी सी बात थी। और जो लड़के की बात आ रही है वो लड़की की बात बताएं क्या है? वो लड़कियों की बात यह है, जैसे मैं इलेक्शंस में रैलियों में ना मैन पावर देता था, तो वो प्रीवियस कुछ ईयर की फ़ोटोज़ है, वही मैंने उनको सेंड करी थी। उन्होंने बोलता दिखाओ आप कैसे बंदे हैं, कैसे काम करते हैं, बस वही मैंने फ़ोटो उनको सेंड करी थी। बस वही फ़ोटो। सर बिलोंग्स टू बिहार और घर दिल्ली में है। एक बार नाम क्लियर कर दो, नाम क्या है आपका? नाम मोहम्मद शारिब है। ये यूपी का आदमी है। एक यूपी तो सर और मेरे को इस चीज़ के बारे में नॉलेज नहीं थी कि इस लीफलेट के अंदर क्या रिटर्न है। और ये भी बोलो जो टिकरी में हिंदी में बोलना है। हाँ सर, और ये भी बोला था जहाँ जैसे बंदे हैं वहाँ वो लीफलेट बांटना है। जैसे सिंगू बॉर्डर पे पंजाबी हैं तो पंजाबी लीफलेट बांटना है, और टिकरी बॉर्डर पे हिंदी लीफलेट बांटने हैं। तो आप कितने बंदे हैं टोटल, कितने बंदे हैं? मैं आज ट्रायल के लिए, मैंने उन्हें ये बोला था कि मैं ट्रायल करूंगा, सिर्फ एक दिन देखूंगा सर, अगर अच्छा लगे तो करूंगा। तो अब सिर्फ हम ही 2 बंदे किसानां ने इन्हां नूं पकड़िया वा और सेफ रखिया है, सेफ रखिया है। ਅਗਰ ਕਿਸੇ ਤਰ੍ਹਾਂ ਦਾ ਵੀ ਕੋਈ ਸਰੀਰਕ ਨੁਕਸਾਨ ਹੁੰਦਾ ਹੈ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਹ ਪ੍ਰਸ਼ਾਸਨ ਤੇ ਸੈਂਟਰ ਗਵਰਨਮੈਂਟ, ਦਿੱਲੀ ਗਵਰਨਮੈਂਟ ਦਾ ਦੂਸਰੀਆਂ ਸਾਰੀਆਂ ਇਸ ਗੱਲ ਦੀਆਂ ਜ਼ਿੰਮੇਵਾਰ ਹੋਣਗੀਆਂ। ਸਾਡੇ ਕੋਲ ਇੱਥੇ ਪਹੁੰਚ ਕੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਸਰਕਾਰ ਨੂੰ। ਸੋ ਅਸੀਂ ਇਹ ਫਿਰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ਼ ਆਵੇ ਸਰਕਾਰ। ਸੋ ਇਹ ਲੜਕੇ ਜਿਹੜੇ ਫੜੇ ਨੇ ਹੱਥ 'ਚ ਇਹਨਾਂ ਦੇ ਪੌਂਫਲੇਟ ਨੇ। ਸੋ ਰਿਲਾਇੰਸ ਵੱਲੋਂ ਜੋ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਅੱਜ ਇੱਥੇ ਪੌਂਫਲੇਟ ਫੜ ਰਹੇ ਸੀ। ਸੋ ਕੱਲ ਟਰੈਕਟਰ ਮਾਰਚ ਕੱਢਿਆ ਜਾਣਾ ਵਾ। ਅੱਜ ਕਿਸਾਨਾਂ ਨਾਲ ਗੱਲਬਾਤ ਕੀਤੀ ਆ, ਉਹਦੀ ਤਿਆਰੀ ਜਿਹੜੀ ਆ ਰਿਹਰਸਲ ਦੇ ਤੌਰ ਤੇ ਕੱਲ ਕੀਤੀ ਜਾਣੀ, ਔਰ 26 ਜਨਵਰੀ ਦੀ ਇਹ ਪੂਰੀ ਤਿਆਰੀ ਜਿਹੜੀ ਆ ਟਰੈਕਟਰ ਮਾਰਚ ਕਰਨਗੇ। ਸੋ ਜਿਵੇਂ ਦੱਸਿਆ ਗਿਆ ਕਿ ਦਿੱਲੀ ਦੇ ਬਾਰਡਰ ਜਿਹੜੇ ਟਰੈਕਟਰ ਪਹੁੰਚੇ ਨੇ ਉਹ ਟਰੈਕਟਰ ਮਾਰਚ ਜਿਹੜੇ 'ਚ ਸ਼ਾਮਲ ਨਹੀਂ ਹੋਣਗੇ। ਪੰਜਾਬ ਅਤੇ ਹਰਿਆਣਾ ਤੋਂ ਹੋਰ ਟਰੈਕਟਰ ਜਿਹੜੇ ਆ ਉਹ ਇਸ ਪਰੇਡ ਦੇ ਵਿੱਚ ਸ਼ਾਮਲ ਕੀਤੇ ਜਾਣਗੇ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦਰ, ਜਗਬਾਣੀ TV।